ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਵੀ 52 ਅੱਖਰੀ ਮਹੱਲੇ 5ਵੇਂ ਦੇ 38ਵੇਂ ਸਲੋਕ ਅਤੇ 38ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਫਾਹੇ ਕਾਟੇ ਮਿਟੇ ਗਵਨ, ਫਤਿਹ ਪਈ ਮਨ ਜੀਤ। ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਪੌੜੀ। ਫਾਹੇ ਕਾਟੇ ਮਿਟੇ ਗਵਨ, ਫਤਿਹ ਪਈ ਮਨ ਜੀਤ। ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਪੌੜੀ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਯੁਗ ਮੇਂ ਪਾਇਆ। ਫਿਰ ਈਆਂ ਅਵਸਰ ਚਰੇ ਨ ਹਾਥਾ, ਨਾਮ ਜਪੋ ਤੋ ਕਟਿਏ ਫਾਸਾ। ਫਿਰ ਆਵਨ ਜਾਨ ਨ ਹੋਈ, ਏਕੇ ਏਕ ਜਪੇ ਜਪ ਸੋਈ। ਕਿਰਪਾ ਕਰੋ ਪ੍ਰਭ ਕਰਨੇ ਹਾਰੇ, ਮਿਲ ਲੈ ਨਾਨਕ ਬੈਚਾਰੇ। ਫਿਰ ਆਵਨ ਜਾਨ ਨ ਹੋਈ, ਏਕੇ ਏਕ ਜਪੇ ਜਪ ਸੋਈ। ਕਿਰਪਾ ਕਰੋ ਕਿਰਪਾ ਪ੍ਰਭ ਕਰਨੇ ਹਾਰੇ, ਮਿਲ ਲੈ ਨਾਨਕ ਬੈਚਾਰੇ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ, ਮਨ ਨੂੰ ਟਿਕਾ ਕੇ, ਮਨ ਨੂੰ ਜਿੱਤਣ ਨਾਲ ਮਾਇਆਵੀ ਬੰਧਨ ਕੱਟੇ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇੱਧਰ ਉੱਧਰ ਜਾਣ ਦੀ ਭਟਕਣਾ ਖਤਮ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਸ ਤਰ੍ਹਾਂ ਤੁਸੀਂ ਜੀਵਨ ਦੀ ਬਾਜੀ ਜਿੱਤ ਲਵੋਗੇ ਜੀ। ਭਾਵ ਤੁਹਾਡਾ ਮਨੁੱਖਾ ਜੀਵਨ ਸਫਲ ਹੋਏਗਾ ਜੀ ਵਿੱਚ ਆਉਣਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਟਿਕਾਓ ਵਾਲੀ ਸਥਿਤੀ, ਜਿਸ ਨੂੰ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਤੋਂ ਮਿਲ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਉਹਨਾਂ ਗੁਰਮੁਖਾਂ ਦੇ ਜਨਮ ਮਰਨ ਦੇ ਨਿਤ ਦੇ ਫੇਰੇ ਕੱਟੇ ਜਾਂਦੇ ਹਨ ਜੀ। ਭਾਵ ਖਤਮ ਹੋ ਜਾਂਦੇ ਹਨ ਜੀ, ਮਿਟ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫੱਫੇ ਅੱਖਰ ਅਨੁਸਾਰ, ਹੇ ਮਨੁੱਖ ਤੂੰ ਅਨੇਕਾਂ ਜੂਨਾਂ ਵਿੱਚ ਫਿਰ ਕੇ ਇਸ ਮਨੁੱਖਾ ਜਨਮ ਵਿੱਚ, ਅਣਮੁੱਲਿਆ ਮਨੁੱਖਾ ਜਨਮ ਵਿੱਚ ਆਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਕਲਯੁਗ ਵਿੱਚ ਦੁਰਲਭ ਮਾਨਵ ਦੇਹ ਪ੍ਰਾਪਤ ਕੀਤੀ ਹੈ ਜੀ, ਮਨੁੱਖਾ ਜੀਵਨ ਪ੍ਰਾਪਤ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਅਣਮੁੱਲਿਆ ਮਾਨਵ ਜਨਮ ਦਾ ਕੀਮਤੀ ਅਵਸਰ ਫਿਰ ਹੱਥ ਨਹੀਂ ਆਉਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਦਾ ਜਾਪ ਸਿਮਰਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਤਾਂ ਹੀ ਤੁਹਾਡੇ ਜਮਾਂ ਦੀ ਫਾਹੀ ਕੱਟੀ ਜਾਵੇਗੀ। ਭਾਵ ਤੁਹਾਡਾ ਜਨਮ ਮਰਨ ਦਾ ਆਉਣ ਜਾਣ ਦਾ ਚੱਕਰ ਕੱਟਿਆ ਜਾਏਗਾ। ਬਾਰ ਬਾਰ ਆਉਣਾ ਜਾਣਾ, ਭਾਵ ਆਵਾਗਮਨ ਦਾ ਚੱਕਰ ਕੱਟਿਆ ਜਾਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਤੁਸੀਂ ਗੁਰਮੁਖੋ ਇੱਕੋ ਇੱਕ ਉਸ ਕਰਨੇਹਾਰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਕਥਨ ਕਰੋ ਜੀ ਤੇ ਆਪਣੇ ਅੰਦਰ ਉਸ ਨੂੰ ਵਸਾਓ ਜੀ। ਉਸ ਤਰ੍ਹਾਂ ਤੁਹਾਡਾ ਅਤੇ ਮਨ ਵਿੱਚ ਟਿਕਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਇਸ ਤਰ੍ਹਾਂ ਉਹ ਕਰਨੇਹਾਰ ਪਰਮੇਸ਼ਰ ਆਪਣੀ ਕਿਰਪਾ ਕਰਕੇ ਤੁਹਾਨੂੰ ਵਿਚਾਰੇ
ਜੀਵਾਂ ਨੂੰ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇਗਾ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ, ਮਨ ਨੂੰ ਟਿਕਾ ਕੇ, ਅੰਦਰ ਵਸਾ ਕੇ ਜੇ ਪਰਮੇਸ਼ਰ ਆਪਣੀ ਕਿਰਪਾ ਕਰੇ ਤਾਂ ਉਹ ਆਪਣੇ ਨਾਲ ਹੀ ਜੋੜ ਲਏਗਾ ਜੀ। ਫਿਰ ਤੁਸੀਂ ਉਸ ਕਰਨਹਾਰ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਜਾਓਗੇ ਜੀ। ਇਹ ਮਨੁੱਖਾ ਦੇਹੀ ਉਸਨੇ ਹੀ ਦਿੱਤੀ ਹੋਈ ਹੈ ਜੀ, ਉਸਨੇ ਹੀ ਬਖਸ਼ਿਸ਼ ਕੀਤੀ ਹੈ ਜੀ। ਸੋ ਗੁਰੂ ਜੀ ਕਹਿੰਦੇ ਹਨ, ਉਸ ਨੂੰ ਅਜਾਈ ਨਾ ਜਾਣ ਦਿਓ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਪਣੇ ਮਾਇਆਵੀ ਵਿਕਾਰਾਂ ਨੂੰ ਖਤਮ ਕਰਕੇ, ਮਨ ਨੂੰ ਟਿਕਾ ਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ, ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਪਣੇ ਮਨ ਨੂੰ ਟਿਕਾਓ ਜੀ, ਅਤੇ ਮਾਇਆਵੀ ਭੱਜ ਦੌੜ ਨੂੰ ਖਤਮ ਕਰਕੇ ਹੀ ਤੁਸੀਂ ਆਪਣੇ ਮਨ ਨੂੰ ਜਿੱਤ ਸਕਦੇ ਹੋ, ਟਿਕਾ ਸਕਦੇ ਹੋ। ਉਸ ਤੋਂ ਬਿਨਾਂ ਨਹੀਂ ਹੋਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਦੇ ਟਿਕਣ ਨਾਲ ਪਰਮੇਸ਼ਰ ਨਾਲ ਆਪਣੀ ਲਿਵ ਲਗਾਓ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਨੂੰ ਟਿਕਾ ਕੇ ਆਪਣੇ ਹਿਰਦੇ ਵਿੱਚ ਵਸਾਓ ਜੀ, ਅਤੇ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਅੰਦਰ ਬੈਠੇ ਪਰਮੇਸ਼ਰ ਨੂੰ ਪਛਾਣੋ ਜੀ, ਉਸ ਨਾਲ ਲਿਵ ਲਗਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਤੁਹਾਡਾ ਫਿਰਨ ਮਿਟੇ ਨੀਤ ਨੀਤ। ਭਾਵ ਤੁਹਾਡੇ ਜਨਮ ਮਰਨ, ਭਾਵ ਆਵਾਗਮਨ ਦਾ ਚੱਕਰ ਕੱਟਿਆ ਜਾਏਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਕਲਯੁਗ ਵਿੱਚ ਤੂੰ ਕਈ ਜਨਮਾਂ ਵਿੱਚ ਫਿਰ ਕੇ ਇਹ ਅਣਮੋਲ ਕੀਮਤੀ ਮਨੁੱਖਾ ਜੀਵਨ ਪਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਆਪਣੇ ਅਣਮੋਲ ਮਨੁੱਖਾ ਜੀਵਨ ਅਵਸਰ ਚਰੇ ਨਾ ਹਾਥਾ। ਭਾਵ ਇਸ ਅਵਸਰ ਨੂੰ, ਮਨੁੱਖਾ ਜੀਵਨ ਦੇ ਅਵਸਰ, ਆਉਣ ਦੇ ਅਵਸਰ ਨੂੰ ਤੂੰ ਉਸ ਤਰ੍ਹਾਂ ਹੀ ਆਪਣੇ ਹੱਥੋਂ ਨਾ ਗਵਾ ਜੀ। ਇਸ ਲਈ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰੋ ਜੀ, ਜਿਸ ਨੂੰ ਧਾਰਨ ਨਾਲ ਤੁਹਾਡਾ ਆਵਾਗਮਨ ਦਾ ਚੱਕਰ ਕੱਟਿਆ ਜਾਵੇਗਾ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਾਰਨ ਕਰਨਹਾਰ ਪਰਮੇਸ਼ਰ ਆਪਣੀ ਕਿਰਪਾ ਕਰਕੇ ਤੁਹਾਨੂੰ ਆਪਣੇ ਨਾਲ ਮਿਲਾ ਲਵੇਗਾ ਜੀ। ਫਿਰ ਤੁਸੀਂ ਉਹ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ, ਅਤੇ ਪਰਮੇਸ਼ਰ ਨਾਲ ਹੀ ਮਿਲ ਜਾਣਾ ਹੈ ਜੀ। ਇਸ ਤਰ੍ਹਾਂ ਤੁਹਾਡਾ ਇਸ ਜਨਮ ਵਿੱਚ, ਮਨੁੱਖਾ ਜਨਮ ਵਿੱਚ ਆਉਣਾ ਸਫਲ ਹੋਏਗਾ ਜੀ। ਉਹ ਕਰਨਹਾਰ ਪਰਮੇਸ਼ਰ ਜੋ ਸਭ ਕੁਛ ਕਰਨ ਵਾਲਾ ਹੈ ਜੀ, ਉਹ ਆਪਣੇ ਨਾਲ ਮਿਲਾ ਲਏਗਾ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਏਕੇ ਏਕ ਜਪੇ ਸਭ ਸੋਈ, ਕਰੋ ਕਿਰਪਾ ਪ੍ਰਭ ਕਰਨਹਾਰੇ, ਮੇਲ ਲਏ ਨਾਨਕ ਵਿਚਾਰੇ। ਏਕੇ ਏਕ ਜਪੇ ਜਪ ਸੋਈ, ਕਰੋ ਕਿਰਪਾ ਪ੍ਰਭ ਕਰਨਹਾਰੇ, ਮੇਲ ਲਏ ਨਾਨਕ ਵਿਚਾਰੇ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।